ਜੀ। बेटा दर्शन दिते जाते हैं, लिते नहीं जाते। ਆਪਾਂ ਹਲੇ ਤੱਕ ਇਹ ਚੀਜ਼ ਸਮਝ ਨਹੀਂ ਪਾਏ ਬੇਟਾ। ਜਿਹਨੂੰ ਦੇਣੇ ਆ ਨਾ ਉਹਨੂੰ 7 ਸਮੁੰਦਰ ਪਾਰ ਬੈਠੇ ਨੂੰ ਵੀ ਦੇ ਦੇਣੇ, ਔਰ ਜਿਹਨੂੰ ਨਹੀਂ ਦੇਣੇ ਸਾਹਮਣੇ ਬੈਠੇ ਨੂੰ ਵੀ ਨਹੀਂ ਦੇਣੇ। ਸੋ ਇਸ ਕਰਕੇ ਬੇਟਾ ਇਹ ਤਾਂ ਅਵਸਥਾ ਹੈ, ਸਾਡੇ ਦਿਲ ਦੀ ਇੱਕ ਅਵਸਥਾ ਹੈ। ਅਸੀਂ ਤਾਂ ਆਪਣਾ ਬਰਤਨ ਸਾਫ਼ ਰੱਖਣਾ ਹੈ। ਜੇ ਸਾਡਾ ਬਰਤਨ ਸਾਫ਼ ਹੋਊਗਾ ਨਾ, ਆਪਣੇ ਆਪ ਹਰ ਇੱਕ ਚੀਜ਼ ਨੂੰ ਸੰਭਾਲ ਸਕਾਂਗੇ। ਬਾਬਾ ਜੀ, ਜਦੋਂ ਅਸੀਂ ਆਪਣੇ ਮਾਪਿਆਂ ਨਾਲ ਲੜਦੇ ਆ ਜਾਂ ਉਹਨਾਂ ਨੂੰ ਤੰਗ ਕਰਦੇ ਆ ਤੇ ਉਹ ਸਾਨੂੰ ਮਾਫ ਕਰਦੇ ਆ, ਤੇ ਇਹਦਾ ਸਾਨੂੰ ਭੁਗਤਾਨ ਦੇਣਾ ਪੈਂਦਾ ਹੈ ਕਿ ਨਹੀਂ? ਦੇਣਾ ਪਊਗਾ। ਦੁਨੀਆ ਗੋਲ ਹੈ, ਅੱਗੇ ਤੇਰੇ ਬੱਚੇ तो ਉਸ ਤੋਂ ਦੁਗਣਾ ਤੈਨੂੰ ਤੰਗ ਕਰਨਗੇ। ਜੋ ਕਰੇਗਾ ਬੇਟਾ, ਜੈਸੀ ਕਰਨੀ ਵੈਸੀ ਭਰਨੀ। ਸੋ ਜੇ ਆਪਾਂ ਆਪਣੇ ਮਾਪਿਆਂ ਨੂੰ ਤੰਗ ਕਰਾਂਗੇ, ਸਾਡੇ ਬੱਚੇ ਸਾਨੂੰ ਤੰਗ ਕਰਨਗੇ ਬੇਟਾ। ਤੁਸੀਂ ਮਾਪਿਆਂ ਨਾਲ ਪਿਆਰ ਦੇ ਨਾਲ ਚੱਲੋਗੇ ਬੇਟਾ, ਬੱਚੇ ਨੇ ਉਹੀ ਤਾਂ ਸਿੱਖਣਾ। ਵੈਸੇ ਕਿਉਂ ਤੰਗ ਕਰਦੇ ਹੋ ਤੁਸੀਂ? ਹੈ ਛੋਟੀਆਂ ਛੋਟੀਆਂ ਜੇ ਬੇਟਾ ਗੱਲਾਂ ਹੁੰਦੀਆਂ, ਐਵੇਂ ਆਪਾਂ ਰੁੱਸ ਕੇ ਬਹਿ ਜਾਂਦੇ ਆ, ਲੜਾਈ ਝਗੜੇ ਕਰਦੇ ਆ। ਮਾਂ ਬਾਪ ਦੀ ਤਾਂ ਕਦਰ ਕਰਨੀ ਚਾਹੀਦੀ ਹੈ ਬੇਟਾ। ਹੁਣ ਇਨਸਾਨ ਸਿੱਖਦਾ ਨਹੀਂਗਾ। ਆਪਾਂ ਇਤਿਹਾਸ ਖੋਲ ਕੇ ਦੇਖ ਲਈਏ, ਇਨਸਾਨ ਨੇ ਕਿੱਥੇ ਸਿੱਖਿਆ? ਇਤਿਹਾਸ ਦਾ ਮਤਲਬ ਹੀ ਸੀ ਕਿ ਅਸੀਂ ਜੋ ਪੁਰਾਣੀਆਂ ਗਲਤੀਆਂ ਕੀਤੀਆਂ ਹੈ ਉਹਨਾਂ ਤੋਂ ਇਨਸਾਨ ਸਿੱਖੇ, ਮਗਰ ਇਨਸਾਨ ਨਹੀਂ ਸਿੱਖਦਾ। ਹਲੇ ਵੀ ਅਸੀਂ ਉਹੀ ਗਲਤੀਆਂ ਕਰਦੇ ਆ ਰਹੇ ਹਾਂ। ਤਾਂ ਫਿਰ ਜੇ ਅਸੀਂ ਸਿੱਖਿਆ ਨਹੀਂ ਤਾਂ ਫਿਰ ਮਾਫੀ ਕਿੱਥੋਂ ਹੋਈ? ਔਰ ਕਰਮਾਂ ਦਾ ਹਿਸਾਬ ਕਿਤਾਬ ਤਾਂ ਭਾਈ ਦੇਣਾ ਪਊਗਾ। ਆਪਾਂ ਜੋ ਮਰਜ਼ੀ ਕਹਿ ਲਈਏ, ਆਪਾਂ ਜਸਟੀਫਿਕੇਸ਼ਨ ਲੈ ਲੈਂਦੇ ਹਾਂ ਕਿ ਜੀ ਉੱਥੇ ਆ ਲਿਖਿਆ ਹੋਇਆ, ਉੱਥੇ ਆ ਲਿਖਿਆ ਹੋਇਆ, ਉੱਥੇ ਆ ਲਿਖਿਆ ਹੋਇਆ। ਕਰਮਾਂ ਦਾ ਕਾਨੂੰਨ ਅਟੱਲ ਹੈ। ਜਦੋਂ ਵੀ ਨਾਮ ਸਿਮਰਨ ਕਰਦੇ ਸੀਗੇ, ਬੈਠਦੇ ਸੀਗੇ, ਤਾਂ 2-3 ਵਾਰੀ ਉਹਨਾਂ ਦੇ ਉੱਪਰ ਸੱਪ ਚੜ ਕੇ ਉਹਨਾਂ ਦੇ ਪੈਰਾਂ ਵਿੱਚ ਲੇਟ ਜਾਂਦਾ ਸੀਗਾ, ਤਾਂ ਉਹਨਾਂ ਦੇ ਮਨ ਵਿੱਚ ਡਰ ਬੈਠ ਗਿਆ। ਹੁਣ ਉਹ ਜਦੋਂ ਵੀ ਬੈਠਦੇ ਆ ਤੇ ਉਹ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ, ਤਾਂ ਉਹ ਭਜਨ ਸਿਮਰਨ ਨਹੀਂ ਕਰ ਪਾਉਂਦੇ। ਬੇਟਾ ਉਹੀ ਗੱਲ ਹੈ, ਗਲਾਸ ਅੱਧਾ ਭਰਿਆ ਕਿ ਅੱਧਾ ਖਾਲੀ ਹੈ। ਉਹ ਸੱਪ ਨੇ ਕੱਟਿਆ ਤਾਂ ਨਹੀਂ, ਤਾਂ ਫਿਰ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੇਰੇ ਭਜਨ ਸਿਮਰਨ ਨੇ ਸੱਪ ਨੂੰ ਵੀ ਮੇਰੇ ਚਰਨਾਂ 'ਚ ਬਿਠਾਤਾ। ਹੁਣ ਇਹ ਤਾਂ ਦੇਖਣ ਵਾਲੀ ਗੱਲ ਆ ਕਿ ਆਪਾਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਜੇ ਤਾਂ ਸੱਪ ਕੱਟਦਾ ਤਾਂ ਦੂਜੀ ਗੱਲ ਸੀਗੀ। ਜਦੋਂ ਸੱਪ ਨੇ ਕੱਟਿਆ ਹੀ ਨਹੀਂ, ਜਾ ਕੇ ਪੈਰਾਂ 'ਚ ਬਹਿ ਗਿਆ, ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਮੇਰੇ ਸਭ ਭਜਨ ਸਿਮਰਨ 'ਚ ਇੰਨੀ ਤਾਕਤ ਹੈ। ਬਾਬਾ ਜੀ, ਤੁਸੀਂ ਤਾਂ ਮੌਜਾਂ ਹੀ ਲਾਦੀਆਂ। ਕੱਲ ਲੋਹਾਂ ਵਿੱਚ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ, ਜਿੱਦਾਂ ਤੁਸੀਂ ਇੰਨੇ ਖੁਸ਼, ਬਹੁਤ ਖੁਸ਼ੀ ਹੋਈ ਦੇਖ ਕੇ। ਬਾਬਾ ਜੀ, ਪੂਰੇ ਸੰਸਾਰ ਤੇ ਦਇਆ ਮੇਰ ਬਣਾਏ ਰੱਖਣਾ। ਜਿਹਨੂੰ ਇਨਸਾਨ ਪਿਆਰ ਕਰਦਾ ਹੈ ਉਹਦੇ ਵਾਸਤੇ ਤਾਂ ਅਸੀਂ ਕਹਿੰਦੇ ਸਾਰਾ ਕੁਝ ਕਰਨ ਨੂੰ ਤਿਆਰ ਹੈ। ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਉਹ ਬੱਚੇ ਵਾਸਤੇ ਸਾਰਾ ਕੁਝ ਕਰਨ ਨੂੰ ਤਿਆਰ ਹੈ। ਅਸੀਂ 24 ਘੰਟਿਆਂ ਚੋਂ 2-3 ਘੰਟੇ ਵੀ ਨਹੀਂ ਕੱਢ ਸਕਦੇ, ਫਿਰ ਲਾਹਨਤ ਹੈ ਸਾਡੇ ਪਿਆਰ ਤੇ ਬੇਟਾ। ਬਾਬਾ ਜੀ, ਸੁਤ ਸ਼ਬਦ ਸੰਗ ਜੋੜੋ। ਇਹ ਤਾਂ ਕਰਨਾ ਪਊ ਬੇਟਾ। ਤੁਸੀਂ ਨਾ ਦੇਖੋ, ਆਪਾਂ ਨਾ ਮੰਗਣ ਦੀ ਆਦਤ ਪਾ ਲਈ ਸਾਰਿਆਂ। ਬਖਸ਼ਿਸ਼ ਕਰੋ ਜੀ, ਮਾਫੀ ਦਿਓ ਜੀ, ਪ੍ਰੇਮ ਦਿਓ ਜੀ, ਆਹ ਕਰੋ ਜੀ, ਉਹ ਕਰੋ ਜੀ। ਉਹਨੇ ਸਾਰਾ ਕੁਝ ਦਿੱਤਾ। ਆਪਾਂ ਮੰਗਤੇ ਨਹੀਂ ਬਣਨਾ, ਆਪਾਂ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ खुद मुख्तियार बनना है। अगर हमने जन्म लिया है ना, कर्मों के कारण किया है। अगर हमारे कर्म ना होते तो जन्म लेने की जरूरत नहीं थी। अब अंत में जब वक्त आ रहा है, अगर थोड़े बहुत कोई कर्म रह जाते हैं, मालिक किसी न किसी तरह उनको साफ करना चाहता है। किसी को बीमारी हो जाती है, किसी को और कोई दुख तकलीफ हो जाती है। मकसद एक ही है कि कर्म खत्म हो जाए कि इस आत्मा को दोबारा ना आना पड़े। ਬੀਬੀਆਂ ਲੰਗਰ 'ਚ ਇੱਕ ਸ਼ਬਦ ਤਾਂ ਨਹੀਂ ਗਾਉਂਦੀਆਂ ਹੁੰਦੀਆਂ ਹੈ, ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ। ਉਹ ਜਦੋਂ ਕਿਸੇ ਵੀ ਕੱਪੜੇ ਦੇ ਉੱਤੇ ਉਹ ਮੈਲ ਇੰਨੀ ਜੰਮ ਜਾਂਦੀ ਹੈ ਕਿ ਉਹ ਸਾਫ਼ ਨਹੀਂ ਹੁੰਦੀ, ਫਿਰ ਉਹ ਧੋਬੀ ਕਹੂਗਾ ਜੀ ਇਹਨੂੰ ਲਲਾਰੀ ਕੋਲੇ ਲੈ ਜਾਓ। ਲਲਾਰੀ ਇਹਨੂੰ ਦੂਜਾ ਰੰਗ ਚੜਾ ਦੂਗਾ, ਜਿਹੜਾ ਕੋਈ ਗਹਿਰਾ ਰੰਗ ਹੈ, ਫਿਰ ਉਹ ਮੈਲ ਦਿਖਾਈ ਨਹੀਂ ਦੇਣੀ। ਸੋ ਉਸੇ ਤਰ੍ਹਾਂ ਕਿ ਜਿਹੜੀ ਸਾਡੀ ਕਰਮਾਂ ਦੀ ਮੈਲ ਹੈ, ਜੇ ਅਸੀਂ ਸੋਚੀਏ ਕਿ ਅਸੀਂ ਇਹਨੂੰ ਸਾਫ਼ ਕਰ ਸਕਦੇ ਹਾਂ, ਉਹ ਸਾਡੇ ਤੋਂ ਸਾਫ਼ ਨਹੀਂ ਹੋਣੀ। बाबा जी, एक बेनती है जी, संगत चाहती कि रोज लंगर विच चावल मिल जाए और कुछ सादे प्रसादे भी होने चाहिए जी। सादे
ਹੁਣ ਤੁਹਾਨੂੰ ਹਾਂਜੀ, ਪਰੌਂਠੇ ਵੀ- ਮਿਲਦੇ ਆ? बिना घी के जी। ਅੱਛਾ, ਬਿਨਾਂ ਘੀ ਕੇ? ਓਏ ਸ਼ਾਬਾਸ਼ ਤੇਰੀ। ਦੁਨੀਆ ਸੁੱਕੀ ਰੋਟੀ ਖਾਂਦੀ ਹੈ, ਉਹ ਰੋਂਦੀ ਹੈ। ਜਿਨ੍ਹਾਂ ਨੂੰ ਚੋਪੜੀ ਮਿਲਦੀ ਹੈ ਉਹ ਵੀ ਰੋਂਦੇ ਆ। ਚੰਗੀ ਨਹੀਂ ਲੱਗਦੀ ਚੋਪੜੀ ਰੋਟੀ? हाजमा ठीक नहीं है लोगों का। ਅਰੇ ਹਾਜਮਾ ਕਿਹੜਾ ਕਿਹੜਾ ਇੱਥੇ ਜਿਹਦਾ ਹਾਜਮਾ ਠੀਕ ਨਹੀਂ? ਜੇ ਚੰਗੀ ਤਰ੍ਹਾਂ ਸੇਵਾ ਕਰੋਗੇ ਤਾਂ ਹਾਜਮਾ ਤਾਂ ਐਂ ਵਧੂਗਾ ਤੁਹਾਡਾ, ਹੈਂ ਗੱਡੀ ਤੋਂ ਵੀ ਜ਼ਿਆਦਾ ਤੇਜ਼ ਭੱਜੂਗਾ। ठीक है राशन। ਜੇ ਸੇਵਾ ਨਹੀਂ ਕੀਤੀ ਫਿਰ ਹਾਜਮਾ ਕਹਿ ਸਕਦੇ ਹੋ ਜੀ ਮੈਨੂੰ ਬੜਾ ਭਾਰੀ ਲੱਗਦਾ ਅੱਜ। ਹਾਂ, ਕਰੋ ਸੇਵਾ, ਐਨ ਭੱਜੂਗਾ ਹਾਜਮਾ ਤੁਹਾਡਾ। ਕਿੱਥੋਂ, ਕਿਹੜੇ ਸੈਂਟਰ ਤੋਂ ਆਏ ਹੋ? सुंदर नगर हिमाचल जी। सुंदर नगर हिमाचल। हाँ जी। हाँ, तो कैसे सेवा करोगे अगर? बाबा जी आपको खुश करने के लिए क्या करें बाबा जी? भजन सिमरन। बाबा जी आप दया मेहर करेंगे तो जरूर होगा बाबा जी, मेरे करने से कुछ वो नहीं। सारा कुछ मैं थोड़ी करना है, तुझे भी कुछ करना है। मेहनत तो आपने करनी है। जब बाबा जी आप कराओगे तभी होगा। नहीं, जो आप कराओगे तो आप क्या करेंगे? इंसान अपने हित के लिए भी कुछ करेगा कि नहीं करेगा? जी बाबा जी। जब आप सेवा पे जाते हैं या घर का काम काज है, आप ये कहते हैं कि मैं बिस्तर पे बैठा हूँ, अगर आप चाहेंगे तो आप आके मेरे को निला देंगे, आप चाहेंगे तो मेरे मुंह में रोटी डाल देंगे। जी बाबा। बेटा, सबसे पहले तो हमें ये समझना चाहिए, इंसान को तो मालूम ही नहीं है कि उसको क्या मांगना चाहिए। देखो, हम ये चीज़ मांग लेते हैं, हमें सहारी नहीं जाती। अगर मालिक ने किसी के ऊपर बख्शिश कर भी दी ना, कोई विरला ही होगा जिसके अंदर वो बर्दाश्त का माता होगा कि ऐसी चीजें सह सके। सो इसलिए हमने तो उसके हुक्म में रहना है बेटा। जिस अवस्था में रखा है हमने तो शुक्र करना है, बजाय इसके कि हम कहें मेरे को ये दे दे ये दे दे। अब छोटा बच्चा है, उसको अकल समझ नहीं है, वो काफी कुछ मांगता है, मगर माँ को मालूम है या पिता को मालूम है कि उसके लिए सही क्या है गलत क्या है। सो बेटा, हमने तो हुक्म में रहना। बाबा जी बेटा बाप तो कुछ भी मंगे बाप खुशी खुशी दे दिंदा है। ਅੱਜ ਮੈਂ ਮਾਫੀ ਮੰਗਣ ਆਇਆ, ਸਾਰੇ ਗੁਨਾਹ ਦੀ ਮਾਫੀ ਦੇ ਦਿਓ। नहीं बेटा, नहीं, कानू ऐ करते हो तुसी? बेटा, संत महात्मा सानू चुकण वास्ते आए है, सानू नीचा दिखाने वास्ते नहीं आए, ठीक है ना? इस करके सच्ची माफ़ी सिर्फ लफ्ज़ां दे नाल नहीं, सच्ची माफ़ी हुंदी है जदों आपां गलती तो सिख के सही रस्ता अपनाते। सो ये सोचना कि जी संगत विच उठ के मैं माफ़ी मंग ली या मैं अपने आप नू नीचा करता, ये कोई माफ़ी नहीं गी बेटा। ये सिर्फ मन की तसल्ली है, होर कुछ नहीं का। सच्ची माफ़ी तो अपने रस्ते नू सही करो और सच दे नाल जोड़ो, ठीक है। वो सच्ची माफ़ी है बेटा। ते बाबा ऐसे नहीं सोचना चाहिए। देखो, जैसे जैसे बच्चे बेटा बड़े होते हैं ना, कभी कभी अपनी मनमर्जी करते हैं, चाहे गलत हो चाहे सही हो। आपने गिले शिकवे नहीं करने, आप तो अपनी जिम्मेवारी निभाए, प्रेम और प्यार से चले। देखो, बच्चे बड़े होके ना थोड़ा सा एक्सपेरिमेंट करते हैं, मगर हर वक्त उनको ना मन में माँ बाप का दर्जा बहुत ऊंचा होता है, और आगे जाकर वो यही देखेंगे कि माँ बाप को सहारा कहाँ से मिला, माँ बाप को तसल्ली कहाँ से मिली, और उसी चीज के ऊपर मुड़ के आएंगे। तो इसलिए आप मत गिले शिकवे करें, आप तो उससे प्यार से चलें, इतना उनको प्यार दें कि अपने आप वो मजबूर हो जाएं। मैं ना ਤੁਹਾਨੂੰ ਪਤਾ ਹੀ ਹੈ ਕਿ ਮੈਂ ਕਿੰਨੀ ਪਰੇਸ਼ਾਨ ਆ। ਮੈਂ ਆਪਣੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਹਾਂ। ਨਾਨਕ ਦੁਖੀਆ ਸਭ ਸੰਸਾਰ। ਪਰੇਸ਼ਾਨੀ ਤਾਂ ਸਾਰਿਆਂ ਨੂੰ ਹੀ ਹੈ ਬੀਬਾ, ਮਗਰ ਆਪਾਂ ਨਾਲ ਇਹ ਵੀ ਦੇਖਣਾ ਹੈ ਇਹਦਾ ਹੱਲ ਕੀ ਹੈ, ਠੀਕ ਹੈ ਨਾ? ਇਹ ਨਾ ਸੋਚੋ ਕਿ ਸਿਰਫ ਆਪਾਂ ਨੂੰ ਪਰੇਸ਼ਾਨੀ ਹੈ, ਸਾਰਿਆਂ ਨੂੰ। ਤੁਹਾਨੂੰ ਇੱਕ ਤਰ੍ਹਾਂ ਦੀ ਹੈ, ਕਿਸੇ ਨੂੰ ਦੂਜੇ ਨੂੰ ਕਿਸੇ ਹੋਰ ਦੀ ਹੈ, ਕਿਸੇ ਨੂੰ ਕਿਸੇ ਹੋਰ ਚੀਜ਼ ਦੀ ਹੈ। ਸੋ ਆਪਾਂ ਇਹ ਦੇਖਣਾ ਹੈ ਇਹਨਾਂ ਦਾ ਹੱਲ ਕੀ ਹੈ। ਜੇ ਤੁਸੀਂ ਸਿਰਫ ਪਰੇਸ਼ਾਨੀ ਉੱਤੇ ਧਿਆਨ ਰੱਖੋਗੇ ਉਹ ਵੱਧਦੀ ਜਾਊਗੀ, ਮਗਰ ਜੇ ਆਪਾਂ ਹੱਲ ਉੱਤੇ ਧਿਆਨ ਰੱਖਾਂਗੇ ਕਿਤੇ ਨਾ ਕਿਤੇ ਜ਼ਰੂਰ ਉਹਦੀ ਬਖਸ਼ਿਸ਼ ਹੋਵੇਗੀ। ਜੀ ਸੋ ਇਸ ਕਰਕੇ ਆਪਾਂ ਅੱਗੇ ਵਧੀਏ। ਜੇ ਆਪਾਂ ਭਜਨ ਸਿਮਰਨ ਕਰਾਂਗੇ ਨਾ, ਆਪਣੇ ਅੰਦਰੋਂ ਇੰਨੀ ਉਹਨੇ ਤਾਕਤ ਦੇਣੀ ਹੈ ਆਪਾਂ ਨੂੰ ਕਿਸੇ ਚੀਜ਼। ਐਵੇਂ ਲੱਗਦਾ ਵੀ ਤੁਸੀਂ ਬਹੁਤ ਨੇੜੇ ਹੋ ਤੇ ਕਈ ਵਾਰ ਐਵੇਂ ਲੱਗਦਾ ਵੀ ਤੁਸੀਂ ਦੂਰ ਚੱਲ ਗਏ ਮਿੱਤੇ। ਬੇਟਾ, ਮਾਲਿਕ ਨਾ ਦੂਰ ਰਹਿੰਦਾ ਹੈ ਤਾਂ ਨਾ ਨੇੜੇ ਰਹਿੰਦਾ ਹੈ, ਠੀਕ ਹੈ ਨਾ? ਪਹਿਚਾਣ ਦੀ ਗੱਲ ਹੈ ਬੇਟਾ। ਸਾਡਾ ਮਨ ਹੁਣ ਜੇ ਮਨ ਦੇ ਅੱਗੇ ਅੰਧੇਰਾ ਆ ਜੇ, ਸਾਨੂੰ ਦਿਖਾਈ ਨਹੀਂ ਦਿੰਦਾ, ਅਸੀਂ ਸੋਚਦੇ ਹਾਂ ਕਿ ਚਲੇ ਗਿਆ।
ਮੈਂ ਤੁਹਾਡੇ ਸਾਹਮਣੇ ਬੈਠਾ ਨਾ, ਮੇਰੀ ਸ਼ਕਲ ਦਿਖਾਈ ਦੇ ਰਹੀ ਹੈ। ਹੁਣ ਜੇ ਤੁਸੀਂ ਆਪਣਾ ਚਿਹਰਾ ਉਧਰ ਮੋੜ ਕੇ ਕਹੋ ਜੀ ਕਿਤੇ ਉੱਠ ਕੇ ਚਲੇ ਗਏ, ਮੈਂ ਤਾਂ ਨਹੀਂ ਗਿਆ, ਤੁਹਾਡਾ ਧਿਆਨ ਦੂਜੇ ਪਾਸੇ ਹੋ ਗਿਆ ਬੇਟਾ। ਸੋ ਇਹ ਸਾਡੇ ਧਿਆਨ ਦੀ ਗੱਲ ਹੈ ਬੇਟਾ। ਧਿਆਨ ਸਾਡਾ ਦੁਨੀਆ 'ਚ ਫੈਲ ਜਾਂਦਾ ਹੈ, ਅਸੀਂ ਸੋਚਦੇ ਹਾਂ ਕਿ ਉਹ ਦੂਰ ਹੋ ਗਿਆ। ਧਿਆਨ ਨੂੰ ਵਾਪਸ ਲਿਆਵਾਂਗੇ, ਪਤਾ ਚੱਲੂਗਾ ਕਿ ਉਹ ਤਾਂ ਉੱਥੇ ਬੈਠਾ। ਹਰ ਇੱਕ ਕਦਮ ਦੇ ਨਾਲ ਕਰਨੀ ਹੋਊਗੀ, ਔਰ ਹਰ ਇੱਕ ਕਰਨੀ ਦੇ ਨਾਲ ਕਰਮ ਬਣੂਗਾ ਬੇਟਾ। ਚੰਗਾ ਹੋਵੇ ਜਾਂ ਮਾੜਾ ਹੋਵੇ, ਹੋਊਗਾ ਤਾਂ ਕਰਮ ਨਾ। ਅਸੀਂ ਉਹੋ ਜਿਹੀ ਅਵਸਥਾ ਬਣਾਣੀ ਹੈ ਕਿ ਜੋ ਵੀ ਕਦਮ ਉਠਾਈਏ ਉਹਦੇ ਵਿੱਚ ਗਿਣਤੀ ਨਾ ਲਿਆਈਏ। ਜੇ ਗਿਣਤੀ ਨਹੀਂ ਲਿਆਵਾਂਗੇ ਤਾਂ ਆਪਣੇ ਆਪ ਨਿਸ਼ਕਾਮ ਹੋ ਜਾਊਗਾ ਬੇਟਾ। ਜਿੱਥੇ ਗਿਣਤੀ ਆ ਜਾਂਦੀ ਹੈ ਉੱਥੇ ਚੰਗਾ ਮਾੜਾ ਹੋ ਜਾਊਗਾ, ਡੈਬਿਟ ਕ੍ਰੈਡਿਟ ਹੋ ਜਾਊਗਾ। ਸੋ ਇਹ ਵੀ ਇੱਕ ਅਵਸਥਾ ਹੈ ਬੇਟਾ। ਹੁਣ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਹਾਲਾਂਕਿ ਉੱਥੇ ਵੀ ਥੋੜਾ ਜਿਹਾ ਸਵਾਰਥ ਹੈ, ਮਗਰ ਜ਼ਿਆਦਾ ਤੌਰ ਉਹਨੂੰ ਇਹੀ ਹੁੰਦਾ ਹੈ, ਉਹਦੇ ਅੰਦਰੋਂ ਉਹ ਜਾਗਰਤਾ ਆਉਂਦੀ ਹੈ ਕਿ ਮੇਰਾ ਬੱਚਾ ਹੈ। ਬਾਬਾ ਜੀ ਜਦੋਂ ਵੀ ਮਤਲਬ ਕਿ ਦੁਨੀਆ ਦੇ ਲੋਕਾਂ ਨੇ ਮੇਰਾ ਬਹੁਤ ਦਿਲ ਲਗਾਇਆ, ਉਦੋਂ ਪਰ ਉਸ ਤੋਂ ਬਾਅਦ ਬਾਬਾ ਜੀ ਤੁਸੀਂ ਇੰਨਾ ਪਿਆਰ ਕੀਤਾ ਮੈਨੂੰ ਕਿ ਮੈਨੂੰ ਇਸ ਤਰ੍ਹਾਂ ਹੀ ਹਮੇਸ਼ਾ ਪਿਆਰ ਕਰਦੇ ਰਹੋ। ਬੇਟਾ ਦੁਨੀਆ ਨਹੀਂ ਬਖਸ਼ ਸਕਦੀ। ਵੱਡੇ ਵੱਡੇ ਮਹਾਂਪੁਰਖ ਆਏ ਆ, ਦੁਨੀਆ ਨੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਬੇਟਾ। ਆਪਾਂ ਕੀ ਚੀਜ਼ ਹੈ, ਠੀਕ ਹੈ ਨਾ। ਇਹ ਤੁਸੀਂ ਸਮਝੋ ਕਿ ਮਾਲਿਕ ਦਾ ਤਰੀਕਾ ਹੈ ਸਾਨੂੰ ਮਜ਼ਬੂਤ ਕਰਨ ਦਾ ਬੇਟਾ। ਜਦੋਂ ਲੋਹੇ ਨੂੰ ਢਾਲਣਾ ਹੋਵੇ ਨਾ, ਕਦੇ ਅੱਗ 'ਚ ਪਾਉਂਦੇ ਆ, ਕਦੇ ਠੰਡੇ ਪਾਣੀ ਵਿੱਚ, ਅੱਗ ਵਿੱਚ, ਠੰਡੇ ਪਾਣੀ ਵਿੱਚ। ਇਹ ਜਿਹੜੀ ਦੁੱਖ ਤਕਲੀਫ ਹੈ ਨਾ, ਇਹਨਾਂ ਵਿੱਚੋਂ ਮਕਸਦ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਇੰਨਾ ਤਾਕਤਵਰ ਬਣਾਈਏ ਕਿ ਭਾਵੇਂ ਦੁਨੀਆ ਚੰਗੀ ਕਵੇ ਮਾੜੀ ਕਵੇ, ਸਾਡੇ ਮਨ ਤੇ ਅਸਰ ਨਹੀਂ ਹੋਣਾ ਚਾਹੀਦਾ। ਬਾਬਾ ਜੀ ਆਪਣੀ ਦਇਆ ਮੇਰ ਬਣਾਈ ਰੱਖਿਓ ਤੇ ਮੇਰੇ ਪੇਕੇ ਪਰਿਵਾਰ ਤੇ ਸਹੁਰੇ ਪਰਿਵਾਰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ।